ਪਾਠ 17 ਭਾਰਤ ਅਤੇ ਸੰਸਾਰ। ਇਸ ਤੋਂ ਪਹਿਲਾਂ ਅਸੀਂ ਨੇ 6ਵੀਂ ਕਲਾਸ ਦਾ ਜੋ ਕੰਮ ਕੀਤਾ ਪ੍ਰਾਚੀਨ ਭਾਰਤੀ ਇਤਿਹਾਸ ਬਾਰੇ ਕੀਤਾ। ਉਸ ਦੇ ਵਿੱਚ ਪੱਥਰ ਯੁੱਗ, ਵੈਦਿਕ ਕਾਲ, ਸਭ ਤੋਂ ਪਹਿਲਾਂ ਪੱਥਰ ਯੁੱਗ, ਫਿਰ ਸਿੰਧ ਘਾਟੀ ਸੱਭਿਅਤਾ, ਫਿਰ ਵੈਦਿਕ ਕਾਲ, ਉੱਤਰ ਵੈਦਿਕ ਕਾਲ, ਉਸ ਤੋਂ ਅੱਗੇ ਮਹਾਜਨਪਦ ਭਾਵ ਪ੍ਰੀ ਮੌਰਿਆ ਕਾਲ ਤੋਂ ਪਹਿਲਾਂ ਵਾਲਾ 16 ਮਹਾਜਨਪਦ, ਮਗਧ ਮਹਾਜਨਪਦ, ਉਸ ਤੋਂ ਬਾਅਦ ਮੌਰਿਆ ਕਾਲ, ਫਿਰ ਉੱਤਰ ਮੌਰਿਆ, ਉਸ ਤੋਂ ਬਾਅਦ ਗੁਪਤ, ਉਸ ਤੋਂ ਅੱਗੇ ਹਰਸ਼ਵਰਧਨ, ਫਿਰ ਦੱਖਣੀ ਭਾਰਤ ਦੇ ਰਾਜ ਚੈਲੁਕਿਆ ਅਤੇ ਪੱਲਵ। ਇਹਨਾਂ ਸਾਰਿਆਂ ਬਾਰੇ ਕੀਤਾ ਅਤੇ ਇਹਨਾਂ ਦੇ ਵਿੱਚ ਅਸੀਂ ਦੇਖਿਆ ਕਿ ਭਾਰਤ ਦੇ ਪ੍ਰਾਚੀਨ ਕਾਲ ਤੋਂ ਹੀ ਸੰਸਾਰ ਦੇ ਬਾਕੀ ਭਾਗਾਂ ਭਾਵ ਹੋਰ ਦੇਸ਼ਾਂ ਨਾਲ ਵੀ ਸੰਬੰਧ ਸਥਾਪਿਤ ਰਹੇ ਹਨ, ਚਾਹੇ ਉਹ ਥਲ ਮਾਰਗ ਰਾਹੀਂ ਰਹੇ ਹਨ, ਚਾਹੇ ਉਹ ਜਲ ਮਾਰਗ ਰਾਹੀਂ ਰਹੇ ਹਨ। ਅਸੀਂ ਕੀਤਾ ਸੀਗਾ ਕਿ ਸਾਤਵਾਹਨਾਂ ਦਾ ਮਿਸਰ, ਚਾਈਨਾ ਸਭ ਨਾਲ ਵਪਾਰ ਚੱਲਦਾ ਸੀ, ਇਸੇ ਤਰ੍ਹਾਂ ਗੁਪਤਾਂ ਦਾ ਚੱਲਦਾ ਸੀ। ਤਾਂ ਉਹ ਕਰਨਾ ਅਸੀਂ ਨੇ ਵੀ ਭਾਰਤ ਅਤੇ ਸੰਸਾਰ, ਭਾਰਤ ਦੇ ਕਿਹੋ ਜਿਹੇ ਸੰਬੰਧ ਰਹੇ, ਭਾਰਤ ਦੇ ਪੱਛਮੀ ਦੇਸ਼ਾਂ ਨਾਲ ਸੰਬੰਧ। ਪ੍ਰਾਚੀਨ ਕਾਲ ਤੋਂ ਭਾਰਤ ਇੱਕ ਵੱਖਰੀ ਸੰਸਕ੍ਰਿਤੀ ਭਾਰਤ ਵਿੱਚ ਵਿਕਸਿਤ ਹੋਈ। ਇਤਿਹਾਸ ਦੇ ਹਰੇਕ ਕਾਲ ਅਤੇ ਲਗਭਗ ਉਪ ਮਹਾਦੀਪ ਦੇ ਹਰੇਕ ਖੇਤਰ ਨੇ ਆਪਣੇ ਢੰਗ ਨਾਲ ਭਾਰਤ ਦੀ ਸੰਸਕ੍ਰਿਤੀ ਨੂੰ ਵਿਕਸਿਤ ਕਰਨ ਵਿੱਚ ਯੋਗਦਾਨ ਪਾਇਆ। ਭਾਰਤ ਦੀ ਸੰਸਕ੍ਰਿਤੀ ਭਾਰਤ ਦੇ ਲੋਕਾਂ ਦੀ ਪਹਿਚਾਣ ਬਣ ਗਈ। ਜਦੋਂ ਉਹ ਹੋਰ ਦੇਸ਼ਾਂ ਦੀ ਯਾਤਰਾ ਕਰਨ ਗਏ ਤਾਂ ਇਸ ਨੂੰ ਉਹ ਆਪਣੇ ਨਾਲ ਲੈ ਕੇ ਦੇਖੋ। ਹੁਣ ਵੀ ਜਦੋਂ ਸਾਡੇ ਬੇਰੁਜ਼ਗਾਰ ਮੁੰਡੇ ਕੁੜੀਆਂ, ਉਹਨਾਂ ਨੂੰ ਇੱਧਰ ਸਾਡੇ ਭਾਰਤ ਦੇ ਵਿੱਚ ਕੋਈ ਰੁਜ਼ਗਾਰ ਮਿਲਣ ਦੀ ਉਮੀਦ ਨਹੀਂ ਰਹਿੰਦੀ, ਤਾਂ ਉਹ ਟੈਸਟ ਦੇ ਕੇ ਆਈਲੈਟਸ ਕਰਕੇ ਕੈਨੇਡਾ ਵਗੈਰਾ 'ਚ ਜਾ ਰਹੇ ਨੇ। ਤਾਂ ਕਿਹਾ ਜਾਂਦਾ ਵੀ ਕੈਨੇਡਾ ਦੇ ਵਿੱਚ ਇੱਕ ਵੱਖਰਾ ਹੀ ਪੰਜਾਬ ਬਣ ਗਿਆ, ਕਿਉਂਕਿ ਉਹ ਜੋ ਇੱਥੋਂ ਲੈ ਕੇ ਗਏ ਆਪਣੇ ਨਾਲ ਆਪਣੀ ਸੰਸਕ੍ਰਿਤੀ, ਉੱਥੇ ਜਾ ਕੇ ਪ੍ਰਭਾਵ ਪਿਆ। ਉੱਥੇ ਗੁਰੂ ਘਰ ਬਣ ਗਏ ਨੇ, ਲੰਗਰ ਚੱਲਦੇ ਨੇ, ਤਾਂ ਹਰ ਇੱਕ ਚੀਜ਼ ਦਾ ਪ੍ਰਭਾਵ ਬੰਦਾ ਆਪਣੇ ਨਾਲ ਲੈ ਜਾਂਦਾ। ਪੁਰਾਤਨ ਸਮੇਂ ਤੋਂ ਹੀ ਭਾਰਤ ਦੇ ਵਿਦੇਸ਼ਾਂ ਨਾਲ ਸੰਬੰਧ ਸਨ। ਸੰਸਕ੍ਰਿਤਕ ਅਤੇ ਵਪਾਰਕ ਸੰਬੰਧ ਹੀ ਵੀ ਸਥਾਪਿਤ ਹੋ ਚੁੱਕੇ ਸਨ। ਸਾਨੂੰ ਪੁਰਾਤੱਤਵਿਕ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਸਿੰਧ ਘਾਟੀ ਦੀ ਸੱਭਿਅਤਾ ਦੇ ਲੋਕਾਂ ਦੇ ਮੈਸੋਪੋਟਾਮੀਆ, ਮਿਸਰ ਅਤੇ ਹੋਰ ਦੇਸ਼ਾਂ ਨਾਲ ਵਪਾਰਕ ਸੰਬੰਧ ਸਨ। ਅਸੀਂ ਸਿੰਧ ਘਾਟੀ ਸੱਭਿਅਤਾ ਦੇ ਪਾਠ 'ਚ ਪੜ੍ਹਿਆ ਸੀ ਕਿ ਯੂਨਾਨੀਆਂ ਨੇ ਕਪਾਹ, ਕਾਟਨ ਦੀ ਜਾਣਕਾਰੀ ਭਾਰਤੀ ਲੋਕਾਂ ਭਾਵ ਸਿੰਧ ਘਾਟੀ ਸੱਭਿਅਤਾ ਦੇ ਲੋਕਾਂ ਤੋਂ ਲਈ ਸੀ। ਤਾਂ ਯੂਨਾਨ, ਮੈਸੋਪੋਟਾਮੀਆ, ਮਿਸਰ, ਇਜਿਪਟ ਅਤੇ ਹੋਰ ਦੇਸ਼ਾਂ ਨਾਲ ਵੀ ਵਪਾਰਕ ਸੰਬੰਧ ਸਨ। 400 ਈਸਵੀ ਪੂਰਬ ਵਿੱਚ ਅਸੀਂ ਕੀਤਾ ਸੀਗਾ ਵੀ 326 ਈਸਵੀ ਪੂਰਬ ਵਿੱਚ ਸਿਕੰਦਰ ਨੇ ਭਾਰਤ ਉੱਤੇ ਹਮਲਾ ਕੀਤਾ ਸੀ। ਸਿਕੰਦਰ ਦੇ ਹਮਲੇ ਤੋਂ ਬਾਅਦ ਯੂਰਪ ਨਾਲ ਸੰਬੰਧ ਹੋਰ ਵੱਧ ਗਏ। ਭਾਰਤ ਤੋਂ ਐਸ਼ ਆਰਾਮ ਦੀਆਂ ਵਸਤੂਆਂ ਜਿਵੇਂ ਕੱਪੜੇ, ਸੂਤੀ ਕੱਪੜੇ, ਗਹਿਣੇ, ਹੀਰੇ ਜਵਾਹਰਾਤ, ਇਤਰ, ਪਰਫਿਊਮਜ਼, ਮਲਮਲ, ਕਾਟਨ, ਹਾਥੀ ਦੰਦ ਦੀਆਂ ਵਸਤਾਂ ਅਤੇ ਗਰਮ ਮਸਾਲਿਆਂ ਦੀ ਪੱਛਮੀ ਦੇਸ਼ਾਂ ਵਿੱਚ ਵਿਸ਼ੇਸ਼ ਕਰਕੇ ਯੂਨਾਨ ਕਿਹਾ ਜਾਂਦਾ, ਗਰੀਕ। ਅਸੀਂ ਕੀਤਾ ਨਾ ਵੀ ਸਿੰਧ ਘਾਟੀ ਸੱਭਿਅਤਾ ਦੇ ਲੋਕਾਂ ਤੋਂ ਜਾਣਕਾਰੀ ਮਿਲੀ ਸੀ ਕਪਾਹ ਬਾਰੇ। ਯੂਨਾਨੀ, ਗਰੀਕ ਲੋਕਾਂ ਨੂੰ ਵਿਸ਼ੇਸ਼ ਕਰਕੇ ਯੂਨਾਨ ਅਤੇ ਰੋਮ ਵਿੱਚ ਬੜੀ ਮੰਗ ਸੀ, ਭਾਵ ਜੋ ਭਾਰਤ ਦੇ ਵਿੱਚੋਂ ਹੀਰੇ ਜਵਾਹਰਤ ਸਨ ਭਾਰਤ ਦੇ, ਉਹਨਾਂ ਦੀ ਯੂਨਾਨ, ਗਰੀਕ ਅਤੇ ਰੋਮ ਵਿੱਚ ਬੜੀ ਮੰਗ ਸੀ। ਰੋਮ ਹੈ ਇਟਲੀ ਦੀ ਰਾਜਧਾਨੀ, ਕੈਪੀਟਲ ਆਫ ਇਟਲੀ। ਇਹ ਵਸਤਾਂ ਨਿਯਮ ਅਨੁਸਾਰ ਭਾਰਤ ਤੋਂ ਬਾਹਰਲੇ ਦੇਸ਼ਾਂ ਵਿੱਚ ਭੇਜੀਆਂ ਜਾਂਦੀਆਂ ਸਨ। ਇਹਨਾਂ ਵਸਤਾਂ ਦੀ ਇੰਡੀਅਨ ਵਸਤੂਆਂ ਦੀ ਬਾਹਰ ਬਹੁਤ ਬੜੀ ਮੰਗ ਸੀ, ਖਾਸ ਕਰ ਯੂਨਾਨ, ਗਰੀਕ ਅਤੇ ਰੋਮ ਦੇ ਵਿੱਚ। ਸਾਤਵਾਹਨਾਂ ਦੇ ਸਮੇਂ 2 ਸਦੀ ਈਸਵੀ ਪੂਰਬ ਤੋਂ ਰੋਮ ਅਤੇ ਦੱਖਣੀ ਭਾਰਤ ਵਿੱਚ ਸਮੁੰਦਰੀ ਰਸਤੇ ਰਾਹੀਂ ਵਪਾਰ ਹੁੰਦਾ ਸੀ।
ਦੇਖੋ ਅਸੀਂ ਮੌਰੀਆ ਵੰਸ਼ ਬਾਰੇ ਪੜ੍ਹਿਆ ਤਾਂ 184 ਈਸਵੀ ਪੂਰਵ ਵਿੱਚ ਪੁਸ਼ਯਮਿੱਤਰ ਸੁੰਗ ਨੇ ਵੈਦਰਥ ਨੂੰ ਮਾਰ ਕੇ ਮੌਰੀਆ ਵੰਸ਼ ਦਾ ਖਾਤਮਾ ਕੀਤਾ ਸੀ ਅਤੇ ਉਸਨੇ ਸੁੰਗ ਵੰਸ਼ ਦੀ ਨੀਂਹ ਰੱਖੀ ਸੀ। ਫਿਰ ਉਸ ਤੋਂ ਬਾਅਦ ਅਸੀਂ ਕੀਤਾ ਸੀ ਸਾਤਵਾਹਨ। ਸਾਤਵਾਹਨਾਂ ਨੇ ਪਹਿਲੀ ਸਦੀ ਈਸਵੀ ਪੂਰਵ ਤੋਂ ਲੈ ਕੇ 220 ਈਸਵੀ ਤੱਕ ਰਾਜ ਕੀਤਾ ਸੀ, ਲਗਭਗ 300 ਸਾਲ। ਤਾਂ 106 ਤੋਂ ਲੈ ਕੇ 130 ਤੱਕ ਗੌਤਮੀ ਪੁੱਤਰ ਸਤਕਰਨੀ, ਫਿਰ ਉਸ ਦਾ ਪੁੱਤਰ ਸੀਗਾ ਵਸਿਸ਼ਠੀ ਪੁੱਤਰ ਪਰਮਾਏ, ਫਿਰ ਉਸ ਤੋਂ ਅੱਗੇ ਸੀਗਾ ਯਕਸ਼ਰੀ ਸਤਕਰਨੀ। ਇਹ ਮਹਾਨ ਰਾਜੇ ਹੋਏ ਨੇ ਸਾਤਵਾਹਨਾਂ ਦੇ। ਅਤੇ ਇਹਨਾਂ ਦਾ ਅਸੀਂ ਪੜ੍ਹਿਆ ਸੀ ਦੱਖਣ ਬਾਰੇ। ਵਿੰਧਿਆ ਅਤੇ ਨਰਮਦਾ ਨਦੀ ਦੇ ਕੋਲ ਦਾ ਖੇਤਰ ਨੂੰ ਅਸੀਂ ਦੱਖਣ ਕਿਹਾ। ਤਾਂ ਸਾਤਵਾਹਨਾਂ ਨੂੰ ਕਿਹਾ ਜਾਂਦਾ ਸੀਗਾ ਪ੍ਰੀ ਮੌਰੀਅਨ, ਪੋਸਟ ਮੌਰੀਅਨ, ਉੱਤਰਕਾਲੀਨ ਮੌਰੀਆ, ਭਾਵ ਮੌਰੀਆ ਕਾਲ ਤੋਂ ਬਾਅਦ ਵਾਲੇ। ਅਤੇ ਇਹਨਾਂ ਨੇ ਦੱਖਣ ਵਾਲੇ ਪਾਸੇ ਆਪਣਾ ਰਾਜ ਸਥਾਪਿਤ ਕੀਤਾ ਸੀਗਾ। ਅਤੇ ਸਾਤਵਾਹਨਾਂ ਦੀ ਰਾਜਧਾਨੀ ਸੀਗੀ ਮਹਾਰਾਸ਼ਟਰ ਦੇ ਵਿੱਚ ਪ੍ਰਤਿਸ਼ਠਾਨ। ਤਾਂ ਦੱਖਣੀ ਭਾਰਤ ਵਾਲੇ ਪਾਸੇ ਜਦੋਂ ਸਾਤਵਾਹਨਾਂ ਦਾ ਕੰਟਰੋਲ ਹੋ ਗਿਆ ਤਾਂ ਫਿਰ ਕੀ ਹੋਇਆ ਸੀਗਾ, ਰੋਮ ਅਤੇ ਦੱਖਣੀ ਭਾਰਤ ਵਿੱਚ ਸਮੁੰਦਰੀ ਮਾਰਗ ਰਾਹੀਂ ਵਪਾਰ ਹੁੰਦਾ ਸੀ। ਠੀਕ ਹੈ ਜੀ। ਸਾਤਵਾਹਨਾਂ ਦੇ ਸਮੇਂ ਦੂਜੀ ਸਦੀ ਈਸਵੀ ਪੂਰਵ ਤੋਂ ਰੋਮ ਅਤੇ ਦੱਖਣੀ ਭਾਰਤ ਵਿੱਚ ਸਮੁੰਦਰੀ ਮਾਰਗ ਰਾਹੀਂ ਵਪਾਰ ਹੁੰਦਾ ਸੀਗਾ। ਦੂਜੀ ਸਦੀ ਈਸਵੀ ਪੂਰਵ ਮਤਲਬ ਉਲਟ ਚੱਲਦੇ ਹਾਂ ਅਸੀਂ, ਤਾਂ ਅਸੀਂ ਕੀਤਾ ਵੀ 106 ਤੋਂ ਲੈ ਕੇ 130 ਤੱਕ ਗੌਤਮੀ ਪੁੱਤਰ ਸਤਕਰਨੀ ਨੇ ਰਾਜ ਕੀਤਾ ਸੀ। ਤਾਂ ਦੂਜੀ ਸਦੀ ਈਸਵੀ ਪੂਰਵ ਉਲਟ ਨੂੰ ਚੱਲਦੇ ਹਾਂ ਅਸੀਂ। ਭਾਰਤ ਦੇ ਸਮੁੰਦਰੀ ਤੱਟ ਦੇ ਨਾਲ ਨਾਲ ਬਹੁਤ ਸਾਰੀਆਂ ਮਹੱਤਵਪੂਰਨ ਬੰਦਰਗਾਹਾਂ ਸਨ, ਜਿਵੇਂ ਕਵੇਰੀਪਟਨਮ, ਮਹਾਬਲੀਪੁਰਮ ਤਾਮਿਲਨਾਡੂ, ਪੁਹਾਰ ਸੀ ਆਪਣੀ ਕੁਰਕਈ ਆਦਿ। ਦੱਖਣ ਵਿੱਚ ਸੁਰਪਾਰਕ ਅਤੇ ਬਰਕਸ਼। ਇਹ ਸਾਰੀਆਂ ਬੰਦਰਗਾਹਾਂ ਬਾਰੇ ਅਸੀਂ ਜੋ ਮੌਰੀਆ ਕਾਲ ਦਾ ਨਕਸ਼ਾ ਹੈਗਾ ਉਦੋਂ ਡਿਸਕਸ ਕਰਾਂਗੇ। ਉਹਦੇ ਵਿੱਚ ਇਕੱਲੀ ਬੰਦਰਗਾਹ ਦਿੱਤੀ ਹੋਈ ਆ। ਪੱਛਮੀ ਤੱਟ ਉੱਤੇ ਸਥਿਤ ਸਨ। ਭਾਰਤੀ ਵਸਤਾਂ ਦੇ ਇਲਾਵਾ ਚੀਨ ਅਤੇ ਦੱਖਣੀ ਪੂਰਬੀ ਏਸ਼ੀਆ ਤੋਂ ਮੰਗਵਾਈਆਂ ਜਾਂਦੀਆਂ ਵਸਤਾਂ ਜਿਵੇਂ ਕਿ ਰੇਸ਼ਮੀ ਕੱਪੜਾ, ਸਿਲਕ ਵੀ ਇੱਥੋਂ ਬਾਹਰਲੇ ਦੇਸ਼ਾਂ ਵਿੱਚ ਭੇਜਿਆ ਜਾਂਦਾ ਸੀ। ਚਾਈਨਾ ਕਿਉਂਕਿ ਭਾਰਤ ਦੇ ਪੂਰਬ ਵਾਲੇ ਪਾਸੇ ਹੈ, ਅਤੇ ਜੋ ਪੱਛਮ ਦੇ ਵੱਲ ਚਾਈਨਾ ਦੇ ਸਿਲਕ ਦੀ ਬੜੀ ਡਿਮਾਂਡ ਸੀ, ਰੇਸ਼ਮ ਦੀ ਬੜੀ ਡਿਮਾਂਡ ਸੀ ਚੀਨ ਦੇ ਵੀ। ਤਾਂ ਉਦੋਂ ਜ਼ਿਆਦਾਤਰ ਜੋ ਥਲ ਮਾਰਗ ਰਾਹੀਂ ਵਪਾਰ ਹੁੰਦਾ ਸੀ ਪੱਛਮੀ ਦੇਸ਼ਾਂ ਨਾਲ ਵਾਇਆ ਯੂਨਾਨ ਹੋ ਕੇ, ਤਾਂ ਇਹ ਸਾਰਾ ਕੁਝ ਭਾਰਤ ਦੇ ਰਾਹੀਂ ਹੀ ਜਾਂਦਾ ਸੀ। ਇਹਨਾਂ ਵਸਤਾਂ ਦੇ ਬਦਲੇ ਯੂਰਪ ਵਿੱਚ ਬਣੀਆਂ ਸ਼ੀਸ਼ੇ ਦੀਆਂ ਵਸਤਾਂ ਅਤੇ ਸ਼ੀਸ਼ੇ ਦਾ ਆਯਾਤ ਇੰਪੋਰਟ ਕੀਤਾ ਜਾਂਦਾ ਸੀ। ਉੱਤਰੀ ਭਾਰਤ ਦੇ ਵਿੱਚ ਥਲ ਮਾਰਗ ਰਾਹੀਂ ਵਪਾਰ ਕੀਤਾ ਜਾਂਦਾ ਸੀ, ਕਿਉਂਕਿ ਉੱਤਰੀ ਭਾਰਤ ਜੋ ਸਾਡਾ ਨਾਰਥਰਨ ਇੰਡੀਆ ਗਾ ਉਹਦੇ ਤਾਂ ਪਾਸੇ ਕੋਈ ਸਮੁੰਦਰ ਹੈ ਨਹੀਂ। ਦੱਖਣੀ ਭਾਰਤ ਤਾਂ ਪੱਛਮ ਵਾਲੇ ਪਾਸੇ ਅਰੇਬੀਅਨ ਸੀ ਆ, ਪੂਰਬ ਵਾਲੇ ਪਾਸੇ ਬੇ ਆਫ ਬੰਗਾਲ ਦੀ ਖਾੜੀ ਹੈ, ਅਤੇ ਸਾਊਥਰਨ ਪਾਸੇ ਇੰਡੀਅਨ ਓਸ਼ਨ, ਹਿੰਦ ਮਹਾਸਾਗਰ ਹੈ। ਪਰ ਉੱਤਰ ਦੇ ਵਾਲੇ ਪਾਸੇ ਕੋਈ ਸਮੁੰਦਰ ਨਾਲ ਹੱਦ ਨਹੀਂ ਲੱਗਦੀ, ਤਾਂ ਥਲ ਮਾਰਗ ਰਾਹੀਂ ਇਹ ਮਾਰਗ ਅਫਗਾਨਿਸਤਾਨ, ਮੱਧ ਏਸ਼ੀਆ ਅਤੇ ਪੱਛਮੀ ਏਸ਼ੀਆ ਵਿੱਚੋਂ ਹੋ ਕੇ ਲੰਘਦਾ ਸੀ। ਚੀਨ ਨੂੰ ਯੂਰਪ ਨਾਲ ਜੋੜਨ ਵਾਲੇ ਮਾਰਗ ਨੂੰ ਰੇਸ਼ਮੀ ਮਾਰਗ ਕਿਹਾ ਜਾਂਦਾ ਸੀ, ਕਿਉਂਕਿ ਇਸ ਮਾਰਗ 'ਤੇ ਸਭ ਤੋਂ ਜ਼ਿਆਦਾ ਰੇਸ਼ਮ ਦਾ ਵਪਾਰ ਹੁੰਦਾ ਸੀ। ਹੌਲੀ ਹੌਲੀ ਵਪਾਰ ਲਈ ਸਮੁੰਦਰੀ ਮਾਰਗ ਜ਼ਿਆਦਾ ਪ੍ਰਸਿੱਧ ਹੋ ਗਿਆ। ਫਿਰ ਅੱਗੇ ਪੜ੍ਹਾਂਗੇ ਅਸੀਂ ਵੀ ਹੌਲੀ ਹੌਲੀ ਦੇਖੋ ਫਿਰ ਅੰਗਰੇਜ਼ ਆਏ, ਤਾਂ ਅੰਗਰੇਜ਼ ਸਮੁੰਦਰੀ ਰਸਤੇ ਰਾਹੀਂ ਭਾਰਤ ਵਿੱਚ ਆਏ ਸਨ। ਤਾਂ ਪਹਿਲਾਂ ਸ਼ੁਰੂ ਵਿੱਚ ਥਲ ਮਾਰਗ ਰਾਹੀਂ ਵਪਾਰ ਹੁੰਦਾ ਸੀ ਚੰਦਰਗੁਪਤ ਮੌਰਿਆ ਹੋਰਿਆ ਸਮੇਂ, ਕਿਉਂਕਿ ਉਸ ਸਮੇਂ ਦੱਖਣੀ ਵਾਲੇ ਪਾਸੇ ਰਾਹੀਂ ਵਪਾਰ ਘੱਟ ਹੁੰਦਾ ਸੀ। ਫਿਰ ਸਾਤਵਾਹਨ ਆਏ, ਉਹਨਾਂ ਦੇ ਸਮੇਂ ਦੱਖਣੀ ਭਾਰਤ ਦਾ ਰੋਮ ਨਾਲ ਸਮੁੰਦਰੀ ਵਪਾਰ ਚੱਲ ਪਿਆ ਸੀ। ਅਸੀਂ ਕੀਤਾ ਕਿ ਯੂਰਪ ਵਿੱਚ ਬਣੀਆਂ ਸ਼ੀਸ਼ਾ ਹੋ ਗਿਆ ਗਲਾਸਵੇਅਰ, ਕੰਚ, ਅਤੇ ਸ਼ੀਸ਼ੇ ਦਾ ਜੋ ਸ਼ੀਸ਼ਾ ਗਾ, ਤਾਂ ਇਸ ਨੂੰ ਅਸੀਂ ਜੋ ਲੈਡ ਉਸ ਦਾ ਸਿੱਕਾ
ਇੱਕ ਧਾਤ ਆ ਗਈ ਅਤੇ ਉਸ ਦਾ ਇੰਪੋਰਟ ਕੀਤਾ ਜਾਂਦਾ ਸੀਗਾ। ਸ਼ੀਸ਼ੇ ਦੀਆਂ ਵਸਤਾਂ ਭਾਵ ਗਲਾਸਵੇਅਰ, ਕੰਚ ਦੀਆਂ ਵਸਤਾਂ ਅਤੇ ਸ਼ੀਸ਼ਾ ਇੱਥੇ ਸ਼ੀਸ਼ੇ ਦਾ ਮਤਲਬ ਲੈੱਡ ਆ, ਲੈੱਡ। ਠੀਕ ਹੈ ਜੀ। ਇਸ ਨੂੰ ਪੰਜਾਬੀ 'ਚ ਕਹਿੰਦੇ ਆ ਸਿੱਕਾ। ਜੇਕਰ ਅਸੀਂ ਅੱਜ ਕੱਲ੍ਹ ਤਾਂ ਸਾਡੇ ਬਿਜਲੀ ਵਾਲੇ ਕੰਡੇ ਆ ਗਏ ਨੇ। ਜਦੋਂ ਪਹਿਲਾਂ ਅਸੀਂ ਬੱਟਿਆਂ ਨਾਲ ਭਾਰ ਜੋਖਿਆ ਕਰਦੇ ਸੀ ਤਾਂ ਬੱਟਿਆਂ ਦੇ ਥੱਲੇ ਤਾਂ ਅਸੀਂ ਦੇਖ ਸਕਦੇ ਹਾਂ, ਜਦੋਂ ਕੰਡਿਆਂ ਦੇ ਉੱਤੇ ਬੱਟਿਆਂ ਦੇ ਉੱਤੇ ਮੋਹਰਾਂ ਲਾਉਣ ਆਇਆ ਕਰਦੇ ਸਨ ਸਰਕਾਰੀ ਅਧਿਕਾਰੀ, ਤਾਂ ਜਿੰਨਾ ਬੱਟੇ ਦਾ ਭਾਰ ਘੱਟ ਹੁੰਦਾ ਸੀ ਸਰਕਾਰੀ ਬੱਟੇ ਦੇ ਅਨੁਸਾਰ, ਤਾਂ ਉਸ ਬੱਟੇ ਵਿੱਚ ਇੱਕ ਧਾਤ ਜੀ ਕੁੱਟ ਕੇ ਪਾਉਂਦੇ ਸੀ, ਕਾਲੀ ਕਾਲੀ ਜੀ, ਤਾਂ ਉਹ ਹੁੰਦਾ ਗਾ ਲੈੱਡ, ਉਹ ਹੁੰਦਾ ਗਾ ਸਿੱਕਾ, ਤਾਂ ਜੋ ਜਿਹੜੀ ਬੱਟੇ ਦਾ ਸਰਕਾਰੀ ਵੇਟ ਆ ਉਹ ਬਰਾਬਰ ਹੋ ਜੇ। ਤਾਂ ਉਹ ਕਾਲੀ ਜੀ ਧਾਤ ਨੂੰ ਇੱਥੇ ਜੋ ਸ਼ੀਸ਼ੇ ਦਾ ਪ੍ਰਯੋਗ ਕੀਤਾ ਸ਼ਬਦ ਦਾ, ਉਹ ਲੈੱਡ ਦੇ ਲਈ ਕੀਤਾ ਗਾ। ਅਤੇ ਸ਼ੀਸ਼ੇ ਦੀਆਂ ਵਸਤਾਂ, ਕੰਚ ਦੀਆਂ ਵਸਤਾਂ, ਇਹ ਯਾਦ ਰੱਖਣਾ। ਅਤੇ ਰੇਸ਼ਮੀ ਮਾਰਗ ਨੂੰ ਕਹਿੰਦੇ ਨੇਗੇ ਸਿਲਕ ਰੋਡ, ਕਿਉਂਕਿ ਇੰਗਲਿਸ਼ ਰੇਸ਼ਮ ਨੂੰ ਕਹਿੰਦੇ ਨੇ ਸਿਲਕ। ਰੇਸ਼ਮ ਦੇ ਕੀੜੇ ਪਾਲਣ ਨੂੰ ਕਹਿੰਦੇ ਨੇਗੇ ਸੈਰੀਕਲਚਰ। ਰੇਸ਼ਮੀ ਮਾਰਗ ਦਾ ਸਿਲਕ ਰੋਡ। ਸਾਰਾ ਰਸਤਾ ਇਹ ਚਾਈਨਾ ਅਤੇ ਯੂਰਪ ਦਾ ਵਪਾਰ ਹੁੰਦਾ ਸੀ, ਥਰੂ ਮੱਧ ਏਸ਼ੀਆ, ਅਫਗਾਨਿਸਤਾਨ, ਪੱਛਮੀ ਏਸ਼ੀਆ, ਵੈਸਟਰਨ ਏਸ਼ੀਆ। ਠੀਕ ਹੈ ਜੀ। ਵਪਾਰ ਦਾ ਲਾਭ ਹਮੇਸ਼ਾ ਭਾਰਤ ਦੇ ਪੱਖ ਵਿੱਚ ਰਹਿੰਦਾ ਸੀ। ਰੋਮ ਵਾਸੀ, ਅਸੀਂ ਪੜ੍ਹਿਆ ਸੀ ਕਿ ਸਾਤਵਾਹਨਾਂ ਦੇ ਸਮੇਂ ਤੋਂ ਦੱਖਣੀ ਭਾਰਤ ਅਤੇ ਰੋਮ ਦੇ ਲੋਕਾਂ ਦੇ ਵਿਚਕਾਰ ਸਮੁੰਦਰੀ ਮਾਰਗ ਰਾਹੀਂ ਵਪਾਰ ਚੱਲ ਪਿਆ ਸੀ। ਵਪਾਰ ਦਾ ਲਾਭ ਹਮੇਸ਼ਾ ਭਾਰਤ ਦੇ ਪੱਖ ਵਿੱਚ ਰਹਿੰਦਾ ਸੀ। ਰੋਮ ਵਾਸੀ ਇਸ ਰਕਮ ਨੂੰ ਸੋਨਾ ਦੇ ਕੇ ਚੁਕਾਉਂਦੇ ਸਨ, ਕਿਉਂਕਿ ਰੋਮ ਦੇ ਵਿੱਚ ਭਾਰਤੀ ਵਸਤਾਂ ਦੀ ਮੰਗ ਬਹੁਤ ਜ਼ਿਆਦਾ ਸੀ, ਯੂਨਾਨ, ਗਰੀਕ ਅਤੇ ਰੋਮ ਦੇ ਵਿੱਚ। ਤਾਂ ਇਸ ਦੇ ਬਦਲੇ ਵਿੱਚ ਭਾਰਤੀ ਲੋਕ ਕੀ ਲੈਂਦੇ ਸੀਗੇ? ਗੋਲਡ ਕੋਇਨ, ਸੋਨੇ ਦੇ ਸਿੱਕੇ। ਦੱਖਣੀ ਸਮੁੰਦਰੀ ਤੱਟ ਦੇ ਨਾਲ ਨਾਲ ਪ੍ਰਾਚੀਨ ਰੋਮ ਦੇ ਸਿੱਕੇ ਵੱਡੀ ਮਾਤਰਾ ਵਿੱਚ ਪ੍ਰਾਪਤ ਹੋਏ ਹਨ। ਸਾਊਥਰਨ ਸੀ ਕੋਸਟ ਦੇ ਨਾਲ ਜੇ ਖੇਤਰ ਹੈਗਾ, ਜਿਵੇਂ ਕੇਰਲਾ ਹੋ ਗਿਆ, ਤਾਮਿਲਨਾਡੂ ਹੋ ਗਿਆ ਅਤੇ ਆਂਧਰਾ ਪ੍ਰਦੇਸ਼, ਤਾਂ ਇੱਥੋਂ ਅੱਜ ਕੱਲ੍ਹ ਵੀ ਮਤਲਬ ਬੜੇ ਪ੍ਰਾਚੀਨ ਰੋਮ ਦੇ ਸਿੱਕੇ ਮਿਲੇ ਨੇ। ਇਹ ਸੋਨੇ ਦੇ ਸਿੱਕੇ ਭਾਰਤ ਤੋਂ ਬਾਹਰਲੇ ਦੇਸ਼ਾਂ ਵਿੱਚ ਭੇਜੀਆਂ ਜਾਂਦੀਆਂ ਵਸਤਾਂ ਦੇ ਬਦਲੇ ਵਿੱਚ ਆਉਂਦੇ ਸਨ। ਤਾਂ ਫਿਰ ਕੀ ਹੋਇਆ? ਦੱਖਣੀ ਭਾਰਤ ਦੇ ਲੋਕਾਂ ਦੀ ਜੋ ਸਥਿਤੀ ਸੀ ਉਹ ਬੜੀ ਵਧੀਆ ਬਣ ਗਈ ਸੀ, ਉਹ ਅਮੀਰ ਹੋ ਗਏ ਸਨ। ਰੋਮ ਦੇ ਇੱਕ ਲੇਖਕ ਪਲਨੀ ਨੇ ਦੁੱਖ ਪ੍ਰਗਟ ਕਰਦੇ ਹੋਏ ਲਿਖਿਆ, ਰੋਮ ਦਾ ਸੋਨਾ ਉਸ ਦੇ ਦੇਸ਼ ਦੇ ਅਮੀਰਾਂ ਦੀਆਂ ਐਸ਼ੋ ਆਰਾਮ ਦੀਆਂ ਜ਼ਰੂਰਤਾਂ ਲਈ ਭਾਰਤ ਜਾ ਰਿਹਾ। ਉਹ ਕਹਿੰਦਾ ਵੀ ਰੋਮ ਦਾ ਜੋ ਗੋਲਡ ਆ ਉਹ ਭਾਰਤ ਜਾ ਰਿਹਾ। ਤਾਂ ਫਿਰ ਕੀ ਹੋਇਆ ਸੀ? ਤੀਸਰੀ ਸਦੀ ਈਸਵੀ ਦੇ ਬਾਅਦ ਰੋਮ ਨੇ ਭਾਰਤ ਦੇ ਨਾਲ ਵਪਾਰ ਉੱਤੇ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਲਗਾ ਦਿੱਤੀਆਂ। ਇਸ ਕਰਕੇ ਭਾਰਤ ਦਾ ਪੱਛਮੀ ਦੇਸ਼ਾਂ ਨਾਲ ਵਪਾਰ ਵੀ ਕੀ ਹੋ ਗਿਆ ਸੀਗਾ? ਘੱਟ ਹੋ ਗਿਆ ਸੀ। ਭਾਵ ਰੋਮ ਦੇ ਕਈ ਪਾਬੰਦੀਆਂ ਲਗਾਤੀਆਂ ਵੀ ਇਸ ਚੀਜ਼ ਪਾਬੰਦੀਆਂ, ਭਾਵ ਜਿੱਦਾਂ ਜੋ ਚੀਜ਼ਾਂ ਇੰਪੋਰਟ ਹੁੰਦੀਆਂ ਸੀ ਉਹਨਾਂ 'ਤੇ ਅੰਦਰੂਨੀ ਉੱਥੋਂ ਦੀ ਸਰਕਾਰ ਨੇ ਜੋ ਚੀਜ਼ਾਂ ਦਾ ਇੰਪੋਰਟ ਉਹ ਖਰੀਦਦੇ ਸਨ ਉਹਨਾਂ 'ਤੇ ਟੈਕਸ ਲਗਾਦੇ ਹੋਣੇ ਵੱਧ। ਮੰਨ ਲਓ ਵੀ ਉਹ ਭਾਰਤ ਦਾ ਸੂਤੀ ਕੱਪੜਾ ਖਰੀਦਦੇ ਨੇ, ਤਾਂ ਉੱਥੋਂ ਦੀ ਸਰਕਾਰ ਨੇ ਕੀ ਕੀਤਾ? ਭਾਰਤ ਤੋਂ ਸੂਤੀ ਕੱਪੜਾ ਜਿਹੜਾ ਖਰੀਦਦੇ ਸੀ ਉਹ 'ਤੇ ਜ਼ਿਆਦਾ ਟੈਕਸ ਲਗਾਤਾ ਤਾਂ ਕਿ ਲੋਕ ਇਸ ਨੂੰ ਨਾ ਲੈ ਸਕਣ। ਤਾਂ ਤੀਸਰੀ ਸਦੀ ਈਸਵੀ ਦੇ ਬਾਅਦ ਰੋਮ ਨੇ ਭਾਰਤ ਦੇ ਨਾਲ ਵਪਾਰ ਉੱਤੇ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਲਗਾ ਦਿੱਤੀਆਂ। ਇਸ ਕਰਕੇ ਭਾਰਤ ਦਾ ਪੱਛਮੀ ਦੇਸ਼ਾਂ ਨਾਲ ਵਪਾਰ ਘਟ ਗਿਆ। ਤਾਂ ਕੁਐਸਚਨ ਆਉਂਦਾ ਵੀ ਕਿਹੜਾ ਲੇਖ ਸੀ ਰੋਮ ਦਾ, ਜਾਂ ਕੁਐਸਚਨ ਆਉਂਦਾ ਪਲਨੀ ਕਿੱਥੋਂ ਦਾ ਲੇਖ ਸੀ? ਰੋਮ ਦਾ। ਰੋਮ ਦੇ ਇੱਕ ਲੇਖ ਪਲਨੀ ਨੇ। ਜੇਕਰ ਯਾਦ ਕਰਨਾ ਤਾਂ ਯਾਦ ਕਰਨ ਵਾਸਤੇ ਅਸੀਂ ਇੱਕ ਥੋੜ੍ਹਾ ਜਿਹਾ ਯਾਦ ਕਰ ਸਕਦੇ ਹਾਂ ਵੀ ਜਿਹੜਾ ਬੰਦਾ ਸਾਡੇ ਰੋਮ ਦੇ ਵਿੱਚ ਵੱਸਦਾ, ਅਸੀਂ ਆਮ ਤੌਰ 'ਤੇ ਕਹਿ ਦਿੰਦੇ ਹਾਂ ਵੀ ਤੂੰ ਮੇਰੇ ਰੋਮ 'ਚ ਵੱਸਦਾ, ਮੈਂ ਤੇਰੇ ਬਿਨਾਂ ਇੱਕ ਪਲ ਨਹੀਂ ਸਾਰ ਸਕਦਾ। ਪਲ ਨਹੀਂ ਸਾਰ ਸਕਦਾ। ਤਾਂ ਉਹਨੇ ਵੀ ਤਾਂ ਇਹੀ ਕਿਹਾ ਸੀਗਾ, ਪਲਨੀ ਨੇ ਵੀ ਜੋ ਰੋਮ ਦਾ ਪੈਸਾ ਗਾ, ਰੋਮ ਦਾ ਗੋਲਡ ਹੈਗਾ, ਉਹ ਭਾਰਤ ਨੂੰ ਜਾ ਰਿਹਾ, ਅਸੀਂ ਇਹਦੇ ਬਿਨਾਂ ਸਾਰ ਨਹੀਂ ਸਕਦੇ। ਅਸੀਂ ਗੋਲਡ ਬਿਨਾਂ, ਅਸੀਂ ਆਪਣੀ ਜੋ ਸਾਡੀ ਪ੍ਰੋਪਰਟੀ ਆ, ਅਸੀਂ ਉਹਦੇ ਬਿਨਾਂ ਇੱਕ ਪਲ ਨਹੀਂ ਸਾਰ ਸਕਦੇ। ਤਾਂ ਯਾਦ ਕਰ ਸਕਦੇ ਹਾਂਗੇ, ਅਸੀਂ ਆਮ ਤੌਰ 'ਤੇ ਕਹਿੰਦੇ ਤੂੰ ਮੇਰੇ ਰੋਮ 'ਚ ਵੱਸਦਾ, ਤਾਂ ਮਤਲਬ ਮੈਂ ਤੇਰੇ ਬਿਨਾਂ ਇੱਕ ਪਲ ਨਹੀਂ ਰਹਿ ਸਕਦਾ। ਤਾਂ ਯਾਦ ਕਰਨ ਵਾਸਤੇ ਰੋਮ ਦੇ ਇੱਕ ਲੇਖ ਪਲਨੀ ਨੇ। ਠੀਕ ਆ ਜੀ। ਭਾਰਤ ਦੇ ਈਰਾਨ ਨਾਲ ਸੰਬੰਧ।
ਭਾਰਤ ਦੇ ਈਰਾਨ ਨਾਲ ਸੰਬੰਧ 600 ਈਸਵੀ ਪੂਰਵ ਵਿੱਚ, ਹੁਣ ਅਸੀਂ ਪੁਰਾਣੇ ਚਲੇ ਜਾਂਦੇ ਹਾਂ। 600 ਈਸਵੀ ਪੂਰਵ ਵਿੱਚ ਈਰਾਨ ਦੇ ਐਚੇਮਨਿਡ ਵੰਸ਼ ਦੇ ਸ਼ਾਸਕ ਨੇ ਭਾਰਤ ਦੇ ਉੱਤਰ ਪੱਛਮੀ ਭਾਗਾਂ 'ਤੇ ਕਬਜ਼ਾ ਕਰ ਲਿਆ। ਇਹ ਕੁਐਸਚਨ ਬੜੀ ਵਾਰੀ ਹੁੰਦਾ ਵੀ ਕਿਹੜਾ ਸੀ ਈਰਾਨ ਦਾ ਵੰਸ਼, ਤਾਂ ਐਚੇਮਨਿਡ। ਕਦੋਂ? 600 ਈਸਵੀ ਪੂਰਵ, 600 BC। ਈਰਾਨ ਦਾ ਇੱਕ ਵੰਸ਼ ਸੀਗਾ, ਇਹ ਯਾਦ ਕਰ ਲਿਓ। ਭਾਰਤ ਦੇ ਉੱਤਰ ਪੱਛਮੀ ਭਾਗਾਂ 'ਤੇ ਕਬਜ਼ਾ ਕਰ ਲਿਆ। ਈਰਾਨ ਨਾਲ ਇਸ ਸੰਬੰਧ ਦੀ ਪਛਾਣ ਭਾਰਤ ਵਿੱਚ ਸਤੰਭਾਂ ਦੇ ਉੱਪਰਲੇ ਸਿਰਿਆਂ ਦੇ ਗੁੰਬਦ ਹੁੰਦਾ। ਜੇਕਰ ਅਸੀਂ ਮੰਦਰ ਦੇਖੀਏ, ਜੋ ਮੰਦਰ ਦੇ ਜਿੱਥੇ ਮੂਰਤੀ ਰੱਖੀ ਹੁੰਦੀ ਆ ਉਹਦੇ ਉੱਪਰ ਜੋ ਗੋਲ ਗੋਲ ਇੱਕ ਘਤਾਰਾ ਜਿਹਾ ਬਣਿਆ ਹੁੰਦਾ ਉੱਪਰ, ਉਹਨੂੰ ਅਸੀਂ ਗੁੰਬਦ ਕਹਿੰਦੇ ਹਾਂ। ਸਤੰਭ, ਪਿਲਰਜ਼, ਸ਼ਿਲਾਲੇਖ। ਸਿੱਲ ਹੋ ਗਿਆ ਪੱਥਰ, ਲੇਖ ਹੋ ਗਿਆ ਪੱਥਰ 'ਤੇ ਲਿਖਣਾ। ਖਰੋਸ਼ਟੀ ਲਿਪੀ, ਜਿਹੜੀ ਖਰੋਸ਼ਟੀ ਲਿਪੀ ਆ ਉਹ ਈਰਾਨ ਦੀ ਆ। ਖਰੋਸ਼ਟੀ ਲਿਪੀ ਜੋ ਸਾਡਾ ਅਸ਼ੋਕ ਹੈ, ਅਸੀਂ ਕੀਤਾ ਸੀਗਾ ਕਿ 321 ਈਸਵੀ ਪੂਰਵ ਵਿੱਚ 321 ਈਸਵੀ ਪੂਰਵ ਵਿੱਚ ਚੰਦਰਗੁਪਤ ਮੌਰਿਆ, ਤਾਂ ਇੱਥੇ ਲਿਖਿਆ ਹੋਇਆਗਾ 600 ਈਸਵੀ ਪੂਰਵ, ਭਾਵ ਚੰਦਰਗੁਪਤ ਮੌਰਿਆ ਤੋਂ ਪਹਿਲਾਂ ਵੀ ਭਾਰਤ ਦੇ ਈਰਾਨ ਨਾਲ ਸੰਬੰਧ ਸਥਾਪਿਤ ਸਨ। ਅਸੀਂ ਕੀਤਾ ਸੀਗਾ ਵੀ ਈਰਾਨ, ਪੱਲਵ ਜਿਨ੍ਹਾਂ ਨੂੰ ਪਾਰਥੀਅਨ ਕਿਹਾ ਜਾਂਦਾ, ਉਹ ਈਰਾਨ ਤੋਂ ਆਏ ਸਨ। ਫਿਰ ਹੌਲੀ ਹੌਲੀ ਉਹਨਾਂ ਦੀ ਹੋਂਦ ਖਤਮ ਹੋ ਗਈ ਸੀ। ਕੀਤਾ ਨਾ ਅਸੀਂ ਨੇ ਤਾਂ ਜਿਹੜੇ ਇਹ ਈਰਾਨ ਨਾਲ ਸੰਬੰਧ ਸੀ, ਇਹ 600 ਈਸਵੀ ਪੂਰਵ ਈਰਾਨ ਦਾ ਵੰਸ਼ ਸੀਗਾ ਐਚੇਮਨਿਡ। ਇਹ ਤੁਸੀਂ ਯਾਦ ਕਰ ਲਿਓ। ਭਾਰਤ ਦੇ ਉੱਤਰ ਪੱਛਮੀ ਭਾਗਾਂ 'ਤੇ ਕਬਜ਼ਾ ਕਰ ਲਿਆ। ਈਰਾਨ ਨਾਲ ਇਸ ਸੰਬੰਧ ਦੀ ਪਹਿਚਾਣ ਭਾਰਤ ਵਿੱਚ ਸਤੰਭਾਂ ਦੇ ਉੱਪਰਲੇ ਸਿਰੇ, ਜਿਹੜੇ ਗੁੰਬਦ ਨੇ ਉੱਪਰਲੇ ਸਤੰਭਾਂ 'ਤੇ ਸ਼ਿਲਾਲੇਖਾਂ, ਖਰੋਸ਼ਟੀ ਲਿਪੀ ਅਤੇ ਨਵੀਂ ਕਿਸਮ ਦੇ ਸਿੱਕਿਆਂ ਵਰਗੇ ਚਿੰਨ੍ਹਾਂ ਤੋਂ ਹੁੰਦੀ ਹੈ। ਜੋ ਖਰੋਸ਼ਟੀ ਲਿਪੀ ਆ, ਖਰੋਸ਼ਟੀ ਉਹ ਲਿਖੀ ਜਾਂਦੀ ਹੈਗੀ ਸੱਜੇ ਤੋਂ ਖੱਬੇ ਵੱਲ। ਅਸੀਂ ਗੁਰਮੁਖੀ ਲਿਖਦੇ ਹਾਂ, ਖੱਬੇ ਤੋਂ ਸੱਜੇ ਵੱਲ। ਜੋ ਖਰੋਸ਼ਟੀ ਲਿਪੀ ਆ ਇਹ ਲਿਖੀ ਜਾਂਦੀ ਹੈਗੀ ਸੱਜੇ ਤੋਂ ਖੱਬੇ ਵੱਲ, ਉਰਦੂ ਵਾਂਗ। ਅਤੇ ਜਿਹੜੀ ਖਰੋਸ਼ਟੀ ਲਿਪੀ ਆ ਇਹ ਈਰਾਨ ਦੀ ਲਿਪੀ ਆ, ਈਰਾਨ ਤੋਂ ਭਾਰਤ ਆਈ ਸੀ। ਤਾਂ ਅਸ਼ੋਕ ਦੇ ਜੋ ਸਤੰਭ ਨੇਗੇ, ਉਹਨਾਂ ਕਈ ਸਤੰਭਾਂ ਦੇ ਉੱਤੇ ਖਰੋਸ਼ਟੀ ਲਿਪੀ ਵਿੱਚ ਵੀ ਲਿਖਿਆ ਗਿਆ। ਤਾਂ ਜਿੱਥੋਂ ਪਤਾ ਲੱਗਦਾ ਵੀ ਭਾਰਤ ਦੇ ਉਹਨਾਂ ਸਮਿਆਂ ਦੇ ਵਿੱਚ ਈਰਾਨ ਦੇ ਨਾਲ ਵੀ ਸੰਬੰਧ ਸਥਾਪਿਤ ਸਨ। ਤਾਂ 600 ਈਸਵੀ ਪੂਰਵ ਈਰਾਨ ਦੇ ਵੰਸ਼ ਨੇ ਭਾਰਤ ਦੇ ਉੱਤਰ ਪੱਛਮੀ ਭਾਗਾਂ 'ਤੇ ਕਬਜ਼ਾ ਕਰ ਲਿਆ। ਈਰਾਨ ਨਾਲ ਇਸ ਸੰਬੰਧ ਦੀ ਪਹਿਚਾਣ ਭਾਰਤ ਵਿੱਚ ਸਤੰਭਾਂ ਦੇ ਉੱਪਰਲੇ ਸਿਰਿਆਂ ਦੇ ਗੁੰਬਦਾਂ, ਭਾਵ ਜੋ ਗੁੰਮਟ ਜਿਹਾ ਬਣਿਆ ਹੁੰਦਾ ਸਤੰਭ ਦਾ ਉੱਪਰਲਾ, ਸਤੰਭਾਂ 'ਤੇ ਸ਼ਿਲਾਲੇਖਾਂ, ਖਰੋਸ਼ਟੀ ਲਿਪੀ ਅਤੇ ਨਵੀਂ ਕਿਸਮ ਦੇ ਸਿੱਕਿਆਂ ਵਰਗੇ ਚਿੰਨ੍ਹਾਂ ਤੋਂ ਹੁੰਦੀ ਹੈ। ਇਹ ਈਰਾਨ ਨਾਲ ਸੰਬੰਧ ਜਾਣੀ ਕਿ 600 ਈਸਵੀ ਪੂਰਵ ਤੋਂ ਸਨ। ਠੀਕ ਹੈ ਜੀ। ਭਾਰਤ ਦੇ ਯੂਨਾਨ, ਗ੍ਰੀਕ ਨਾਲ ਸਿਕੰਦਰ ਦੁਆਰਾ ਪਹਿਲਾ ਯੂਨਾਨੀ ਭਾਰਤ 'ਤੇ ਹਮਲਾਵਰ ਕੀਤਾ ਸਿਕੰਦਰ ਨੇ 326 ਈਸਵੀ ਪੂਰਵ ਵਿੱਚ। ਸਿਕੰਦਰ ਦੁਆਰਾ ਭਾਰਤ 'ਤੇ ਹਮਲੇ ਦੇ ਕਾਰਨ ਵਪਾਰਕ ਰਸਤੇ ਖੁੱਲ੍ਹ ਗਏ ਅਤੇ ਭਾਰਤੀ ਵਪਾਰੀ ਸਿਲਕ ਮਾਰਗ ਰਾਹੀਂ ਵਪਾਰ ਕਰਨ ਦੇ ਯੋਗ ਹੋ ਗਏ। ਹੁਣ ਭਾਰਤ ਦੀਆਂ ਵਸਤਾਂ ਰੋਮ ਅਤੇ ਹੋਰ ਪੱਛਮੀ ਦੇਸ਼ਾਂ ਵਿੱਚ ਜਾਣ ਲੱਗੀਆਂ। ਦੇਖੋ 326 ਈਸਵੀ ਪੂਰਵ ਵਿੱਚ ਸਿਕੰਦਰ ਨੇ ਹਮਲਾ ਕੀਤਾ ਸੀ ਅਤੇ ਈਰਾਨ ਨਾਲ ਚੱਲਿਆ ਸੰਬੰਧ 600 ਈਸਵੀ ਪੂਰਵ ਤੋਂ। ਰੋਮ ਦੀ ਗੱਲ ਕਰਦੇ ਹਾਂ ਅਸੀਂ ਹੁਣ ਭਾਰਤ ਦੀਆਂ ਵਸਤਾਂ ਰੋਮ ਅਤੇ ਹੋਰ ਪੱਛਮੀ ਦੇਸ਼ਾਂ ਵਿੱਚ ਜਾਣ ਲੱਗੀਆਂ। ਵਿਚਾਰਾਂ ਦਾ ਆਦਾਨ ਪ੍ਰਦਾਨ ਅਤੇ ਬੁੱਧ ਧਰਮ ਪੱਛਮੀ ਏਸ਼ੀਆ, ਮਿਸਰ ਅਤੇ ਯੂਰਪ ਵਿੱਚ ਫੈਲ ਗਿਆ। ਭਾਰਤ ਦੇ ਮਿਸਰ ਦੇਸ਼ ਨਾਲ ਵਪਾਰਕ ਸੰਬੰਧ ਕਾਇਮ ਹੋਏ। ਭਾਰਤ ਤੋਂ ਹੀਰੇ, ਮਸਾਲੇ, ਗਊਆਂ ਅਤੇ ਸ਼ਿਕਾਰੀ ਕੁੱਤੇ। ਮਿਸਰ, ਇਜਿਪਟ ਅਸੀਂ ਪੜ੍ਹਦੇ ਆਂਗੇ ਨੀਲ ਨਦੀ ਦੇ ਕੰਢੇ ਸੱਭਿਅਤਾ ਹੋਈ ਸੀ। ਹੀਰੇ, ਮਸਾਲੇ, ਗਊਆਂ ਅਤੇ ਸ਼ਿਕਾਰੀ ਕੁੱਤਿਆਂ ਦੀ ਮਿਸਰ ਵਿੱਚ ਬਹੁਤ ਮੰਗ ਕੀਤੀ ਜਾਂਦੀ ਸੀ। ਸ਼ਿਕਾਰੀ ਕੁੱਤਿਆਂ ਦੀ, ਖਾਸ ਕਰ ਸ਼ਿਕਾਰੀ ਕੁੱਤਿਆਂ ਦੀ ਅਤੇ ਗਊਆਂ ਦੀ। ਮਸਾਲਿਆਂ ਦੀ ਮੰਗ ਤਾਂ ਸਾਰੇ ਕਿਤੇ ਸੀ ਭਾਰਤ ਦਿਆਂ ਦੀ, ਹੀਰਿਆਂ ਦੀ, ਮਸਾਲਿਆਂ ਦੀ ਮੰਗ ਤਾਂ ਸਾਰੇ ਕਿਤੇ ਸੀ। ਤਾਂ ਸ਼ਿਕਾਰੀ ਕੁੱਤੇ ਅਤੇ ਗਊਆਂ ਦੀ ਮੰਗ ਮਿਸਰ ਵਿੱਚ ਬਹੁਤ ਜ਼ਿਆਦਾ ਸੀ। ਠੀਕ ਹੈ ਜੀ। ਭਾਰਤ ਦੇ ਮੱਧ ਏਸ਼ੀਆ ਅਤੇ ਚੀਨ ਨਾਲ ਸੰਬੰਧ
ਅਸ਼ੋਕ ਅਤੇ ਕਨਿਸ਼ਕ ਸ਼ਾਸਕਾਂ ਦੇ ਰਾਜਕਾਲ ਸਮੇਂ ਬੋਧੀ ਭਿਕਸ਼ੂਆਂ ਨੂੰ ਬੁੱਧ ਧਰਮ ਦਾ ਪ੍ਰਚਾਰ ਕਰਨ ਲਈ ਸ਼੍ਰੀਲੰਕਾ, ਬਰਮਾ, ਜੋ ਬਰਮਾ ਅੱਜ ਕੱਲ੍ਹ ਅਸੀਂ ਮਿਆਂਮਾਰ ਕਹਿੰਦੇ ਹਾਂ, ਪਹਿਲਾਂ ਨਾਂ ਸੀ ਬਰਮਾ, ਚੀਨ ਅਤੇ ਮੱਧ ਏਸ਼ੀਆ ਵਿੱਚ ਭੇਜਿਆ ਗਿਆ। ਬੋਧੀ ਗ੍ਰੰਥਾਂ ਦਾ ਅਧਿਐਨ ਕਰਨ ਲਈ ਕਈ ਵਿਦਵਾਨ ਭਾਰਤ ਆਏ, ਜਿਵੇਂ ਹਿਊਨ-ਸਾਂਗ ਆਇਆ ਸੀ, ਫਾਹੀਆਨ ਆਇਆ ਸੀ ਚਾਈਨਾ ਤੋਂ, ਬਾਮਿਆਨ ਅਫਗਾਨਿਸਤਾਨ, ਬਾਮਿਆਨ ਵਿਖੇ ਪੱਥਰਾਂ ਨੂੰ ਤਰਾਸ਼ ਕੇ ਭਾਵ ਗਰੂਪ ਕਰਕੇ ਪੱਥਰਾਂ ਨੂੰ ਤਰਾਸ਼ ਕੇ ਬਣਾਏ ਗਏ ਬੁੱਧ ਦੇ ਵੱਡੇ ਬੁੱਤ ਬੁੱਧ ਧਰਮ ਦੇ ਪ੍ਰਸਿੱਧ ਸਮਾਰਕ ਹਨ। ਇਹ ਤਾਲੀਬਾਨ ਦੀ ਸਰਕਾਰ ਬਣੀ 2001, ਉਦੋਂ ਇਹਨਾਂ ਨੂੰ ਉੱਥੋਂ ਢਾਹ ਦਿੱਤਾ ਗਿਆ। ਇਹ ਯਾਦ ਕਰ ਲਿਓ, ਕਈ ਵਾਰ ਕੁਐਸਚਨ ਆ ਜਾਂਦਾ ਵੀ ਬਾਮਿਆਨ ਕਿਹੜੇ ਦੇਸ਼ 'ਚ ਆ? ਅਫਗਾਨਿਸਤਾਨ 'ਚ। ਉੱਥੇ ਕੀ ਸੀਗਾ? ਬੁੱਧ ਦੇ ਬੁੱਤ ਪੱਥਰਾਂ ਨੂੰ ਤਰਾਸ਼ ਕੇ ਬਣਾਏ ਸੀਗੇ। ਅਤੇ ਕਦੋਂ ਢਾਹਤੇ? 2001 ਵਿੱਚ। ਕਿਹੜੀ ਸਰਕਾਰ ਨੇ? ਤਾਲੀਬਾਨ ਦੀ ਸਰਕਾਰ ਨੇ। ਕਿਉਂਕਿ ਮੁਸਲਿਮ ਧਰਮ ਦੇ ਵਿੱਚ ਬੁੱਤ ਪੂਜਾ ਨੂੰ ਮਾਨਤਾ ਨਹੀਂ ਹੈ। ਤਾਂ ਜਦੋਂ ਤਾਲੀਬਾਨ ਦੀ ਸਰਕਾਰ ਆਈ ਅਫਗਾਨਿਸਤਾਨ ਦੇ ਵਿੱਚ 2001 ਵਿੱਚ, ਉਹਨਾਂ ਨੇ ਜੋ ਬੁੱਤ ਬਣੇ ਸੀ ਸਾਰਿਆਂ ਨੂੰ ਢਾਹ ਢੇਰੀ ਕਰ ਦਿੱਤਾ। ਦੇਖੋ, ਅਸੀਂ ਸਿੱਖ ਧਰਮ ਦੇ ਵਿੱਚ ਪੜ੍ਹਦੇ ਆਂਗੇ ਕਿ ਉੱਥੇ ਕਿਹਾ ਗਿਆ ਸੀਗਾ, ਲਿਖਿਆ ਗਿਆ ਸਾਡੀ ਬਾਣੀ ਵਿੱਚ, ਮਿੱਟੀ ਮੁਸਲਮਾਨ ਕੀ ਪੀੜੇ ਪਈ ਘੁਮਿਆਰ। ਤਾਂ ਫਿਰ ਉੱਥੇ ਗੁਰੂ ਜੀ ਨੇ ਆਪਣੇ ਪੁੱਤਰ ਨੂੰ ਭੇਜਿਆ ਸੀਗਾ ਦਿੱਲੀ, ਤਾਂ ਉੱਥੇ ਉਸਨੇ ਕੀ ਕਿਹਾ ਸੀਗਾ? ਉਸਨੇ ਮੁਸਲਮਾਨ ਕੱਟ ਕੇ ਕਰਤਾ ਸੀ ਮਿੱਟੀ ਬੇਈਮਾਨ ਕੀ ਪਈ ਪੀੜੇ ਘੁਮਿਆਰ। ਤਾਂ ਯਾਦ ਕਰਨ ਵਾਸਤੇ ਹੈਗਾ ਬੇਈਮਾਨ ਕਿਹਦੀ ਥਾਂ 'ਤੇ ਵਰਤੇ ਨੇ? ਮੁਸਲਮਾਨ ਦੀ ਥਾਂ 'ਤੇ। ਤਾਂ ਮੁਸਲਮਾਨ ਵੱਧ ਕਿਹੜੇ ਪਾਸੇ ਨੇਗੇ? ਪਾਕਿਸਤਾਨ ਤੋਂ ਅੱਗੇ ਕਿਹੜਾ ਆ ਜਾਂਦਾ? ਅਫਗਾਨਿਸਤਾਨ। ਤਾਂ ਯਾਦ ਕਰਨ ਵਾਸਤੇ ਹੈਗਾ ਬੇਈਮਾਨ ਤੋਂ ਅਸੀਂ ਕਰ ਸਕਦੇ ਹਾਂ, ਬੇਈਮਾਨ ਸ਼ਬਦ ਵਰਤਿਆ ਸੀਗਾ ਮੁਸਲਮਾਨ ਦੀ ਥਾਂ। ਤਾਂ ਬੇਈਮਾਨ ਦੀ ਥਾਂ 'ਤੇ ਅਸੀਂ ਕਰ ਸਕਦੇ ਹੈਗੇ ਬਾਮਿਆਨ। ਠੀਕ ਹੈ ਜੀ। ਮੁਸਲਮਾਨ ਕਿੱਥੇ ਨੇ ਵੱਧ? ਕਿਉਂਕਿ ਪਾਕਿਸਤਾਨ ਤੋਂ ਭਾਰਤ ਦਾ ਹਿੱਸਾ ਸੀਗਾ, ਤਾਂ ਇਹਨੂੰ ਅਸੀਂ ਪਾਕਿਸਤਾਨ ਸ਼ਬਦ ਨਹੀਂ ਦੇ ਸਕਦੇ। ਤਾਂ ਪਾਕਿਸਤਾਨ ਦੇ ਨਾਲ ਵੱਧ ਮੁਸਲਮਾਨਾਂ ਦੀ ਗਿਣਤੀ ਸੀ ਅਫਗਾਨਿਸਤਾਨ 'ਚ। ਤਾਂ ਬਾਮਿਆਨ ਕਿੱਥੇ ਹੈਗਾ? ਅਫਗਾਨਿਸਤਾਨ। 2001 ਦੇ ਵਿੱਚ ਤਾਲੀਬਾਨ ਦੀ ਸਰਕਾਰ ਬਣੀ ਸੀ ਅਤੇ ਉਹਨਾਂ ਨੇ ਇਹਨਾਂ ਬੁੱਤਾਂ ਨੂੰ ਢਾਹ ਢੇਰੀ ਕਰ ਦਿੱਤਾ ਸੀ। ਠੀਕ ਹੈ ਜੀ। ਇਹ ਅਸੀਂ ਕਰ ਲਿਆ ਭਾਰਤ ਦੇ ਮੱਧ ਏਸ਼ੀਆ ਅਤੇ ਚੀਨ ਨਾਲ ਸੰਬੰਧ। ਹੁਣ ਅਸੀਂ ਕੀਤਾ ਸੀ ਪਹਿਲਾਂ ਈਰਾਨ ਨਾਲ 600 ਈਸਵੀ ਪੂਰਵ ਤੋਂ। ਠੀਕ ਹੈ ਜੀ। ਯੂਨਾਨ ਨਾਲ 326 ਈਸਵੀ ਪੂਰਵ ਨਾਲ ਰਸਤਾ ਖੁੱਲ੍ਹਿਆ ਸੀ। ਤਾਂ ਯੂਨਾਨ ਨਾਲ ਕੀ ਆਇਆ ਸੀਗਾ? ਗੰਧਾਰ ਕਲਾ। ਜੋ ਗੰਧਾਰ ਕਲਾ ਗਈ ਉਹ ਇੰਡੀਅਨ ਅਤੇ ਗਰੀਕ। ਅਸੀਂ ਕੀਤਾ ਨਾ ਵੀ ਗੰਧਾਰ ਕਲਾ ਬੜੀ ਪ੍ਰਫੁੱਲਿਤ ਹੋਈ ਸੀ, ਜਿਹਦੇ ਵਿੱਚ ਬੁੱਧ ਦੇ ਬੁੱਤ ਬਣਾਏ ਜਾਂਦੇ ਸਨ। ਅਤੇ ਕੁਸ਼ਾਨਾਂ ਦੇ ਸਮੇਂ, ਕਨਿਸ਼ਕ ਦੇ ਸਮੇਂ ਹੋਈ ਸੀ ਗੰਧਾਰ ਕਲਾ। ਤਾਂ ਉਹ ਗੰਧਾਰ ਕਲਾ ਹੈ ਜੋ ਉਹ ਇੰਡੀਅਨ ਅਤੇ ਗਰੀਕ ਦੋਨਾਂ ਦਾ ਮਿਸ਼ਰਣ ਹੈਗਾ। ਤਾਂ ਇਹ ਰਸਤਾ ਖੋਲ੍ਹਿਆ। ਤਾਂ ਹੁਣ ਰੋਮ, ਸਮੁੰਦਰੋਂ ਪਾਰ ਭਾਰਤ ਦਾ ਰੋਮ ਨਾਲ ਵਪਾਰ ਬਾਰੇ ਟੋਲਮੀ ਦੇ ਭੂਗੋਲ ਵਿਦਵਾਨ ਹੋਇਆ ਗਾ ਰੋਮ ਦਾ ਟੋਲਮੀ। ਅਤੇ ਇਹਦੀ ਬੁੱਕ ਆ ਗਈ ਦ ਜਿਓਗ੍ਰਾਫੀ ਆਫ ਇੰਡੀਆ। ਭਾਰਤ ਦੇ ਭੂਗੋਲ ਬਾਰੇ ਉਹਨੇ ਕਿਤਾਬ ਲਿਖੀ ਹੈ ਟੋਲਮੀ ਨੇ। ਰੋਮ ਦਾ ਵਿਦਵਾਨ ਹੋਇਆ, ਉਸਨੇ ਭਾਰਤ ਦੇ ਭੂਗੋਲ ਬਾਰੇ ਕਿਤਾਬ ਲਿਖੀ ਹੈਗੀ ਜਿਓਗ੍ਰਾਫੀ ਆਫ ਇੰਡੀਆ, ਟੋਲਮੀ। ਤੁਹਾਨੂੰ ਪਹਿਲਾਂ ਮੈਂ ਕੀ ਕਿਹਾ ਸੀਗਾ? ਉਹ ਰੋਮ ਵਾਲਾ ਵੀ ਤੇਰਾ ਮੇਰੇ ਰੋਮ ਦੇ ਵਿੱਚ ਵਾਸ ਆ, ਮੈਂ ਤੇਰੇ ਬਿਨਾਂ ਇੱਕ ਪਲ ਨਹੀਂ ਸਾਰ ਸਕਦਾ। ਤਾਂ ਜਿਹੜਾ ਪਲ ਨਹੀਂ ਸੀਗਾ, ਸਾਰ ਨਹੀਂ ਸਕਦਾ ਕਦੇ ਬਿਨਾਂ। ਅਸੀਂ ਆਪਣੇ ਕਿਸੇ ਸੱਜਣ ਪਿਆਰੇ ਨੂੰ ਕਹਿ ਦਿੰਦੇ ਹਾਂ ਤਾਂ ਉਹਨੇ ਸਿੱਕਿਆਂ ਬਿਨਾਂ ਕਹਿਤੀ, ਕਿਉਂਕਿ ਉਹ ਸਿੱਕਿਆਂ ਨੂੰ ਪਿਆਰ ਕਰਦਾ ਸੀ। ਥੋੜ੍ਹਾ ਜੋੜ ਕੇ ਕਰ ਸਕਦੇ ਹਾਂ। ਤਾਂ ਜਿਹੜਾ ਟੋਲਮੀ ਸੀ, ਅਸੀਂ ਆਮ ਤੌਰ 'ਤੇ ਕਹਿੰਦੇ ਟੈਲ ਮੀ। ਜੇ ਟੋਲਮੀ ਤੋਂ ਕਰ ਲਈਏ ਟੈਲ ਮੀ, ਮੈਨੂੰ ਦੱਸੋ। ਤਾਂ ਜਿਹੜਾ ਟੋਲਮੀ ਸੀ ਇਹਨੇ ਕੁਝ ਦੱਸਿਆ ਭਾਰਤ ਦੇ ਭੂਗੋਲ ਬਾਰੇ, ਜਿਓਗ੍ਰਾਫੀ ਆਫ ਇੰਡੀਆ, ਭਾਰਤ ਦੇ ਭੂਗੋਲ ਬਾਰੇ। ਤਾਂ ਟੋਲਮੀ ਤੋਂ ਕਰ ਲਿਓ ਟੈਲ ਮੀ, ਮੈਨੂੰ ਦੱਸੋ। ਇਸ ਨੇ ਦੱਸਿਆ ਸੀਗਾ ਕਾਹਦੇ ਬਾਰੇ? ਭਾਰਤ ਦੇ ਭੂਗੋਲ ਬਾਰੇ ਅਤੇ ਸੰਗਮ ਸਾਹਿਤ ਬਾਰੇ। ਜੋ ਅਸੀਂ ਪਹਿਲਾਂ ਕੀਤਾ ਸੀਗਾ ਚੋਲ, ਪਾਂਡਿਆ, ਚੇਰ, ਉਹਨੂੰ ਤਿੰਨਾਂ ਨੂੰ ਮਿਲਾ ਕੇ ਬਣਦਾ ਸੀ ਸੰਗਮ।
ਹੋਇਆ, ਜਿਸ ਦਾ ਕੇਂਦਰ ਸੀਗਾ ਮਦੁਰਾਈ। ਉੱਥੋਂ ਦੇ ਸ਼ਾਸਕਾਂ ਨੇ ਵਿਦਵਾਨਾਂ ਦੀ ਸਰਪ੍ਰਸਤੀ ਕੀਤੀ ਸੀ। ਤਾਂ ਜੋ ਭਾਰਤ ਦੇ ਰੋਮ ਨਾਲ ਵਪਾਰ ਦੇ ਚਰਚੇ ਨੇ ਵੀ ਭਾਰਤ ਦਾ ਕਿਸੇ ਟਾਈਮ ਰੋਮ ਦੇ ਨਾਲ ਵਪਾਰ ਹੁੰਦਾ ਸੀ। ਉਹ ਇੱਕ ਰੋਮ ਦਾ ਵਿਦਵਾਨ ਹੋਇਆ ਟੋਲਮੀ, ਜਿਸ ਦੀ ਕਿਤਾਬ ਆ ਗਈ ਦ ਜੋਗ੍ਰਾਫੀ ਆਫ ਇੰਡੀਆ। ਟੋਲਮੀ ਦੇ ਭੂਗੋਲ ਅਤੇ ਸੰਗਮ ਸਾਹਿਤ, ਸੰਗਮ ਲਿਟਰੇਚਰ ਦੇ ਵਿੱਚ ਇਹ ਵਰਣਨ ਕੀਤਾ ਹੋਇਆ ਗਾ। ਟੋਲਮੀ ਦੀ ਬੁੱਕ ਆ ਭੂਗੋਲ, ਭਾਰਤ ਦੇ ਭੂਗੋਲ ਬਾਰੇ, ਅਤੇ ਸੰਗਮ ਸਾਹਿਤ ਜੋ ਲਿਖਿਆ ਉਹਦੇ ਵਿੱਚ ਭਾਰਤ ਅਤੇ ਰੋਮ ਦੇ ਵਪਾਰ ਦਾ ਵਰਣਨ ਕੀਤਾ ਹੋਇਆ। ਰੋਮ ਦੇ ਬਹੁਤ ਸਾਰੇ ਸਿੱਕੇ ਭਾਰਤ ਦੀਆਂ ਬੰਦਰਗਾਹਾਂ ਦੇ ਸ਼ਹਿਰਾਂ ਵਿੱਚੋਂ ਮਿਲੇ ਹਨ। ਭਾਰਤੀ ਮਸਾਲੇ, ਕੀਮਤੀ ਹੀਰੇ, ਵਧੀਆ ਕੱਪੜਾ, ਪਰਫਿਊਮ, ਹਾਥੀ ਦੰਦ ਦਾ ਸਮਾਨ, ਲੋਹਾ, ਰੰਗ, ਚਾਵਲ, ਤੋਤੇ ਅਤੇ ਮੋਰ ਵਰਗੇ ਪੰਛੀ ਅਤੇ ਬਾਂਦਰ ਵਰਗੇ ਜਾਨਵਰਾਂ ਆਦਿ ਦਾ ਨਿਰਯਾਤ ਕੀਤਾ ਜਾਂਦਾ ਸੀ, ਭਾਵ ਰੋਮ ਦੇ ਲੋਕ ਖਰੀਦਦੇ ਸਨ। ਜਿਵੇਂ ਮਿਸਰ ਦੇ ਵਿੱਚ ਸੀ, ਇਜਿਪਟ ਦੇ ਵਿੱਚ ਸੀ, ਸ਼ਿਕਾਰੀ ਕੁੱਤਿਆਂ ਦੀ, ਗਊਆਂ ਦੀ ਡਿਮਾਂਡ ਸੀ। ਇਸੇ ਤਰ੍ਹਾਂ ਮੋਰ, ਤੋਤੇ, ਬਾਂਦਰਾਂ ਦੀ ਡਿਮਾਂਡ ਸੀ ਰੋਮ ਦੇ ਵਿੱਚ। ਇਸ ਦੇ ਬਦਲੇ ਭਾਰਤ ਸੋਨੇ ਅਤੇ ਚਾਂਦੀ ਦੇ ਸਿੱਕੇ, ਧਾਤਾਂ, ਮੈਟਲ, ਸ਼ਰਾਬ, ਵਧੀਆ ਕਿਸਮ ਦੀ ਸ਼ਰਾਬ ਅਤੇ ਸ਼ੀਸ਼ਾ ਆਯਾਤ ਭਾਵ ਇੰਪੋਰਟ ਕਰਦਾ ਸੀ ਰੋਮ ਤੋਂ। ਭਾਰਤ ਦੇ ਦੱਖਣੀ ਪੂਰਬੀ ਏਸ਼ੀਆ ਨਾਲ ਸੰਬੰਧ, ਸਾਊਥਰਨ ਈਸਟਰਨ ਏਸ਼ੀਆ। ਚੇਰ, ਚੌਲ ਅਤੇ ਪਾਂਡਿਆ ਸ਼ਾਸਕਾਂ ਨੇ ਜਹਾਜ਼ ਬਣਾਉਣ ਅਤੇ ਸਮੁੰਦਰੋਂ ਪਾਰ ਖੋਜਾਂ ਨੂੰ ਉਤਸ਼ਾਹ ਦਿੱਤਾ ਸੀਗਾ। ਇਸ ਨਾਲ ਵਪਾਰ ਵਿਕਸਿਤ ਹੋਇਆ ਅਤੇ ਸ਼੍ਰੀਲੰਕਾ ਅਤੇ ਦੱਖਣੀ ਏਸ਼ੀਆ ਵਿੱਚ ਉਪਨਿਵੇਸ਼ਾਂ ਦੀ ਸਥਾਪਨਾ ਹੋਈ। ਉਪਨਿਵੇਸ਼ ਹੁੰਦਾ ਗਾ ਉੱਥੋਂ ਦੇ ਖੇਤਰਾਂ ਨੂੰ ਆਪਣੀਆਂ ਬਸਤੀਆਂ ਬਣਾ ਲੈਣਾ, ਆਪਣੇ ਵਪਾਰਕ ਲਾਭ ਦੇ ਲਈ ਉੱਥੋਂ ਦੇ ਖੇਤਰਾਂ ਨੂੰ ਆਪਣੀਆਂ ਬਸਤੀਆਂ ਬਣਾ ਲੈਣਾ। ਜਿਸ ਤਰ੍ਹਾਂ ਭਾਰਤ ਇੱਕ ਉਪਨਿਵੇਸ਼ ਬਣ ਗਿਆ ਸੀਗਾ ਈਸਟ ਇੰਡੀਆ ਕੰਪਨੀ ਦਾ, ਇੰਗਲੈਂਡ ਦਾ। ਜਿਵੇਂ ਈਸਟ ਇੰਡੀਆ ਕੰਪਨੀ ਨੇ ਸਭ ਤੋਂ ਪਹਿਲਾਂ ਬੰਗਾਲ ਦੇ ਵਿੱਚ ਆਪਣੀ ਇੱਕ ਕੰਪਨੀ ਨੇ ਆਪਣਾ ਇੱਕ ਉੱਥੇ ਵਪਾਰ ਕਰਨ ਲਈ ਇੱਕ ਸਥਾਨ ਚੁਣਿਆ ਸੀ, ਕਿਲ੍ਹਾ ਸੀਗਾ। ਹੌਲੀ ਹੌਲੀ ਕਰਦੇ ਕਰਦੇ ਇਸੇ ਤਰ੍ਹਾਂ ਇਹ ਭਾਰਤੀਆਂ ਨੇ ਵੀ ਵਿਦੇਸ਼ਾਂ ਮਤਲਬ ਦੱਖਣੀ ਪੂਰਬੀ ਏਸ਼ੀਆ ਦੇਸ਼ਾਂ ਵਿੱਚ ਆਪਣੀਆਂ ਬਸਤੀਆਂ ਕਾਇਮ ਕਰ ਲਈਆਂ ਸੀ। ਉੱਥੇ ਵੱਸਦੇ ਭਾਰਤੀਆਂ ਅਤੇ ਸਥਾਨਕ ਲੋਕਾਂ ਨੇ ਇੱਕ ਦੂਜੇ ਨੂੰ ਪ੍ਰਭਾਵਿਤ ਕੀਤਾ। ਸਿੱਟੇ ਵਜੋਂ ਇਸ ਖੇਤਰ ਵਿੱਚ ਭਾਰਤੀ ਭਾਸ਼ਾ, ਸਾਹਿਤ ਅਤੇ ਕਲਾ ਦਾ ਪ੍ਰਸਾਰ ਹੋਇਆ। ਉਹ ਤਾਂ ਹੋਣਾ ਹੀ ਹੋਣਾ। ਜਿਸ ਤਰ੍ਹਾਂ ਭਾਰਤ ਗੁਲਾਮ ਹੋਇਆ ਅੰਗਰੇਜ਼ਾਂ ਦਾ, ਤਾਂ ਅੰਗਰੇਜ਼ੀ ਦਾ ਪ੍ਰਸਾਰ ਭਾਰਤ ਦੇ ਵਿੱਚ ਹੋਇਆ। ਭਾਰਤ ਵਿੱਚ ਈਸਾਈ ਧਰਮ ਦਾ ਪ੍ਰਚਾਰ ਹੋਇਆ। ਪਰ ਮੱਧਕਾਲ ਦੇ ਦੌਰਾਨ ਭਾਰਤ ਉੱਤੇ ਮੁਸਲਮਾਨਾਂ ਦਾ ਰਾਜ ਸੀ, ਤਾਂ ਜੋ ਮੁਸਲਮਾਨ ਧਰਮ ਆ, ਕੁਰਾਨ ਸ਼ਰੀਫ ਅਤੇ ਮੁਸਲਿਮ ਧਰਮ ਦੇ ਰੀਤੀ ਰਿਵਾਜ਼ਾਂ ਦਾ ਭਾਰਤ ਵਿੱਚ ਪ੍ਰਸਾਰ ਹੋਇਆ। ਇਹ ਤਾਂ ਹੋਣਾ ਹੀ ਹੋਣਾ। ਚੰਪਾ ਜੋ ਸਾਡਾ ਭਾਰਤ ਦੇ ਦੱਖਣੀ ਪੂਰਬ ਵਿੱਚ ਹੈ, ਵੀਤਨਾਮ, ਅੱਜ ਕੱਲ੍ਹ ਅਸੀਂ ਉਸ ਨੂੰ ਵੀਤਨਾਮ ਕਹਿੰਦੇ ਹਾਂ, ਤਾਂ ਪ੍ਰਾਚੀਨ ਸਮੇਂ ਉਸ ਦਾ ਨਾਂ ਸੀ ਚੰਪਾ। ਅਤੇ ਕੰਬੋਜ ਦਾ ਨਾਂ ਸੀਗਾ ਕੰਪੂਚੀਆ। ਜੋ ਅੱਜ ਕੱਲ੍ਹ ਦਾ ਕੰਪੂਚੀਆ ਗਾ, ਉਸ ਨੂੰ ਪਹਿਲਾਂ ਕਹਿੰਦੇ ਸੀ ਕੰਬੋਜ। ਇਹ ਯਾਦ ਕਰ ਲਿਓ। ਜੋ ਵੀਤਨਾਮ ਆ, ਵਰਤਮਾਨ ਵੀਤਨਾਮ, ਉਸ ਦਾ ਪ੍ਰਾਚੀਨ ਨਾਮ ਸੀਗਾ ਚੰਪਾ। ਅਤੇ ਜੋ ਵਰਤਮਾਨ ਕੰਪੂਚੀਆ ਦੇਸ਼ ਆ, ਉਹਦਾ ਨਾਂ ਸੀ ਪ੍ਰਾਚੀਨ ਕਾਲ 'ਚ ਕੰਬੋਜ। ਦੇ ਸ਼ਾਸਕਾਂ ਨੇ ਹਿੰਦੂ ਧਰਮ ਦਾ ਪ੍ਰਸਾਰ ਕੀਤਾ। ਚੰਪਾ ਭਾਵ ਵੀਤਨਾਮ, ਕੰਬੋਜ ਭਾਵ ਕੰਪੂਚੀਆ ਦੇ ਸ਼ਾਸਕਾਂ ਨੇ ਹਿੰਦੂ ਧਰਮ ਦਾ ਪ੍ਰਸਾਰ ਕੀਤਾ। ਉਹ ਸ਼ਿਵ ਅਤੇ ਵਿਸ਼ਨੂੰ ਦੀ ਪੂਜਾ ਕਰਦੇ ਸਨ ਅਤੇ ਧਾਰਮਿਕ ਰਸਮਾਂ ਨੂੰ ਪੂਰਨ ਕਰਨ ਲਈ ਬ੍ਰਾਹਮਣ ਪੁਜਾਰੀਆਂ ਨੂੰ ਨਿਯੁਕਤ ਕਰਦੇ ਸਨ। ਕੰਪੂਚੀਆ ਦੇ ਅੰਗਕੋਰ ਵਾਟ, ਇਹ ਕੁਐਸਚਨ ਆ ਸਕਦਾ ਵੀ ਕਿੱਥੇ ਹੈਗਾ ਇਹ। ਕੰਪੂਚੀਆ ਦੇ ਅੰਗਕੋਰ ਵਾਟ ਮੰਦਰ ਵਿੱਚ ਭਾਰਤ ਦੇ ਮਹਾਂਕਾਵਿ ਰਾਮਾਇਣ ਅਤੇ ਮਹਾਂਭਾਰਤ ਵਿੱਚੋਂ ਦ੍ਰਿਸ਼ ਮੂਰਤੀ ਕਲਾ ਵਿੱਚ ਚਿਤਰਾਏ ਗਏ ਹਨ। ਭਾਵ ਉੱਥੇ ਵੀ ਮਹਾਂਭਾਰਤ ਵਿੱਚ ਜੋ ਦ੍ਰਿਸ਼ ਨੇਗੇ ਮਹਾਂਭਾਰਤ ਅਤੇ ਰਾਮਾਇਣ ਦੇ, ਉਹਨਾਂ ਨੂੰ ਮੂਰਤੀਆਂ ਦੇ ਰੂਪ ਵਿੱਚ ਚਿਤਰਿਆ ਗਿਆ ਹੈ। ਇੰਡੋਨੇਸ਼ੀਆ ਦਾ ਇੱਕ ਨਾਚ ਵੀ ਰਾਮਾਇਣ ਅਤੇ ਮਹਾਂਭਾਰਤ ਤੋਂ ਲਏ ਗਏ ਕਥਾ ਪ੍ਰਸੰਗਾਂ 'ਤੇ ਆਧਾਰਿਤ ਹੈ। ਇੰਡੋਨੇਸ਼ੀਆ ਦਾ ਜੋ ਨਾਚ ਹੈਗਾ ਉਹ ਰਾਮਾਇਣ ਅਤੇ ਮਹਾਂਭਾਰਤ ਤੋਂ ਲਏ ਗਏ ਕਥਾ ਪ੍ਰਸੰਗਾਂ 'ਤੇ ਆਧਾਰਿਤ ਹੈ। ਅਤੇ ਜੋ ਸਾਡਾ ਅਸੀਂ ਪਹਿਲਾਂ ਪੜ੍ਹਿਆ ਹੈਗਾ ਵੀ ਕੰਬੋਜੀਆ ਦਾ ਇੱਕ ਮੰਦਰ ਹੈਗਾ
ਅੰਗਕੋਰ ਵਾਟ। ਕੰਪੂਚੀਆ ਦਾ ਮੰਦਰ ਹੈਗਾ ਅੰਗਕੋਰ ਵਾਟ। ਤਾਂ ਫਿਰ ਉਹਦੇ ਉੱਤੇ ਕੀ ਹੈਗਾ, ਉੱਥੇ ਜੋ ਭਾਰਤ ਦੇ ਮਹਾਂਕਾਵਿ ਨੇ ਰਮਾਇਣ ਅਤੇ ਮਹਾਂਭਾਰਤ ਵਿੱਚ ਜੋ ਦ੍ਰਿਸ਼ ਨੇਗੇ ਉਹਨਾਂ ਨੂੰ ਮੂਰਤੀਆਂ ਰੂਪ ਵਿੱਚ ਦਿੱਤਾ ਗਿਆ ਹੈਗਾ, ਮੂਰਤੀਆਂ ਬਣਾਤੀਆਂ ਉਹ ਦ੍ਰਿਸ਼ਾਂ ਦੀਆਂ। ਇਹ ਤਾਂ ਹੋਇਆ ਹੈਗਾ ਕੰਪੂਚੀਆ ਵਿੱਚ ਮੰਦਰ ਹੈਗਾ ਅੰਗਕੋਰ ਵਾਟ। ਅਤੇ ਜੋ ਇੰਡੋਨੇਸ਼ੀਆ ਦਾ ਇੱਕ ਨਾਚ ਹੈਗਾ ਉਹਦੇ ਵਿੱਚ ਰਮਾਇਣ ਅਤੇ ਮਹਾਂਭਾਰਤ ਤੋਂ ਲਏ ਗਏ ਕਥਾ ਪ੍ਰਸੰਗਾਂ 'ਤੇ ਆਧਾਰਿਤ ਹੈ। ਇੰਡੋਨੇਸ਼ੀਆ ਭਾਰਤ ਵਿੱਚ ਬਹੁਤ ਸਾਰੇ ਤਾਮਿਲ ਅਤੇ ਸੰਸਕ੍ਰਿਤ ਦੇ ਸ਼ਬਦ ਸ਼ਾਮਿਲ ਹਨ। ਇੰਡੋਨੇਸ਼ੀਆਈ ਲਿਪੀ ਵੀ ਦੱਖਣੀ ਪੂਰਬੀ ਏਸ਼ੀਆ ਦੀ ਦੂਜੀਆਂ ਲਿਪੀਆਂ ਨਾਲ ਮਿਲਦੀ ਹੈ। ਫਿਰ ਪੱਛਮ ਵਾਲੇ ਪਾਸੇ ਆ ਗਿਆ ਅਰਬ। ਅਰਬਾਂ ਨੇ ਸਿੰਧ 'ਤੇ 712 ਈਸਵੀ ਵਿੱਚ ਅਧਿਕਾਰ ਕਰ ਲਿਆ ਸੀ। ਇਹ ਕੁਐਸਚਨ ਬਹੁਤ ਵਾਰੀ ਆਇਆ ਵੀ ਕਦੋਂ ਅਧਿਕਾਰ ਕੀਤਾ ਸੀ, 712 ਈਸਵੀ ਵਿੱਚ। ਉਹਨਾਂ ਨੇ ਭਾਰਤ ਵਿੱਚ ਕਈ ਵਪਾਰਕ ਬਸਤੀਆਂ ਸਥਾਪਿਤ ਕੀਤੀਆਂ। ਅਰਬਾਂ ਨੇ ਭਾਰਤੀ ਰਚਨਾਵਾਂ, ਹਿਸਾਬ, ਭਾਰਤ ਦੇ ਮੈਥਸ ਨੂੰ, ਭਾਰਤ ਦੀ ਮੈਡੀਸਨ ਨੂੰ, ਭਾਰਤ ਦੀ ਸਾਇੰਸ ਨੂੰ, ਭਾਰਤ ਦੀ ਐਸਟਰੋਨੋਮੀ ਨੂੰ, ਭਾਰਤ ਦੀ ਐਸਟਰੋਲੋਜੀ ਨੂੰ, ਸਾਰੀਆਂ ਦਾ ਅਰੇਬੀਅਨ ਭਾਸ਼ਾ 'ਚ ਇਹਨਾਂ ਨੇ ਅਨੁਵਾਦ ਕੀਤਾ ਸੀ, ਟਰਾਂਸਲੇਟ। ਅਰਬਾਂ ਨੇ ਭਾਰਤੀ ਸੰਖਿਆ ਪ੍ਰਣਾਲੀ ਸਮੇਂ ਜ਼ੀਰੋ ਸੰਖਿਆ ਦਾ ਦੁਨੀਆ ਵਿੱਚ ਪ੍ਰਸਾਰ ਕੀਤਾ, ਕਿਉਂਕਿ ਜੋ ਰੋਮਨ ਅੰਕ ਆ, ਰੋਮਨ ਅੰਕ ਉਹਦੇ ਵਿੱਚ ਜ਼ੀਰੋ ਨਹੀਂ ਹੈਗੀ, ਉਹਦੇ ਵਿੱਚ 1 2 3 ਮਤਲਬ, ਪਰ ਜਿਹੜੇ ਰੋਮਨ ਅੰਕ ਨੇਗੇ ਉਹਦੇ ਵਿੱਚ ਜ਼ੀਰੋ ਦਾ ਪ੍ਰਯੋਗ, ਜੋ ਜ਼ੀਰੋ ਵਾਸਤੇ ਕੋਈ ਸਿੰਬਲ ਨਹੀਂ ਹੈਗਾ ਪੱਕਾ, ਜ਼ੀਰੋ ਵਾਸਤੇ ਕੋਈ ਪੱਕਾ ਸਿੰਬਲ ਨਹੀਂ ਹੈਗਾ। ਜੇ ਜ਼ੀਰੋ ਦਾ ਪ੍ਰਯੋਗ ਹੈਗਾ ਉਹ ਭਾਰਤ ਵਿੱਚ ਹੋਇਆ ਤਾਂ ਅਸੀਂ ਜ਼ੀਰੋ ਦੀ ਵਰਤੋਂ ਕਿਵੇਂ ਕਰਨੀ ਆ, ਜਾਂ ਵੀ ਕਹਿ ਲਓ ਜ਼ੀਰੋ ਦੀ ਵਰਤੋਂ ਹੁੰਦੀ ਆ, ਇਹਦਾ ਦੁਨੀਆ ਵਿੱਚ ਪ੍ਰਸਾਰ ਅਰਬਾਂ ਨੇ ਕੀਤਾ ਸੀ, ਅਰੇਬੀਅਨ ਲੋਕਾਂ ਨੇ ਕੀਤਾ ਸੀ ਅਤੇ ਲਿੱਤਾ ਸੀ ਇਹ ਭਾਰਤ ਤੋਂ। ਇਸ ਲਈ ਉਸ ਸੰਖਿਆ ਪ੍ਰਣਾਲੀ ਨੂੰ ਅੱਜ ਕੱਲ੍ਹ ਹਿੰਦੂ ਅਰੇਬੀਅਨ ਸੰਖਿਆ ਪ੍ਰਣਾਲੀ ਕਿਹਾ ਜਾਂਦਾ। ਅਰਬਾਂ ਦੇ ਹਮਲੇ ਨੇ ਵੀ ਇੰਡੋ ਇਸਲਾਮ ਸੰਸਕ੍ਰਿਤ ਦਾ ਆਰੰਭ ਕੀਤਾ, ਕਿਉਂਕਿ ਜੋ ਅਰਬ ਲੋਕ ਸੀ ਇਹ ਮੁਸਲਮਾਨ ਸੀ। ਇਸ ਤਰ੍ਹਾਂ ਅਸੀਂ ਨੇ ਇਹ ਥੋੜ੍ਹੇ ਜਿਹੇ ਦਿਨਾਂ ਵਿੱਚ ਹੀ 6ਵੀਂ ਕਲਾਸ ਦਾ ਜੋ ਪ੍ਰਾਚੀਨ ਇਤਿਹਾਸ ਹੈ ਉਹ ਸਾਰਾ ਕਵਰ ਕਰ ਲਿਆ, ਅਤੇ ਇਸ ਤੋਂ ਅੱਗੇ ਅਸੀਂ 7ਵੀਂ ਕਲਾਸ ਦਾ ਇਤਿਹਾਸ ਕਰਾਂਗੇ। ਧੰਨਵਾਦ।